ਹਨ ਕਿ ਐ ਜੀਵ ਕਿ ਐ ਇਨਸਾਨ ਜੋ ਤੇਰੇ ਵਾਸਤੇ ਜੋ ਇਹ ਚੇਤਰ ਦਾ ਮਹੀਨਾ ਕਿਵੇਂ ਸੁੱਖਾਂ ਆਨੰਦਾਂ ਨਾਲ ਬਤੀਤ ਹੋਵੇਗਾ, ਜੋ ਸਤਿਗੁਰੂ ਸਾਨੂੰ ਸਮਝਾਉਣਾ ਕਰਦੇ ਨੇ। ਆਓ ਰਲ ਮਿਲ ਕੇ ਕੁਝ ਕੁ ਸਮਾਂ ਵਿਚਾਰਾਂ ਕਰੀਏ, ਵਿਚਾਰਾਂ ਦੀ ਸਾਂਝ ਪਾਈਏ। ਸਭ ਤੋਂ ਪਹਿਲਾਂ ਫਤਿਹ ਪ੍ਰਵਾਨ ਕਰੋ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਤਿਗੁਰੂ ਜੋ 12 ਮਾਹਾਂ ਦੇ ਆਰੰਭ ਦੇ ਵਿੱਚ ਕਿਰਪਾ ਕਰਦੇ ਹਨ। ਕਿਰਤ ਕਰਮ ਕੇ ਵਿਛੜੇ ਕਰ ਕਿਰਪਾ ਮੇਲੋ ਰਾਮ, ਚਾਰ ਕੁੰਟ ਦਾਹ ਦਿਸ ਭ੍ਰਮਾਏ, ਚਾਰ ਕੁੰਟ ਦਾਹ ਦਿਸ ਭ੍ਰਮੇ ਥਕਾਏ ਪ੍ਰਭ ਕੀ ਸਾਮ, ਧੇਨ ਦੁਧੈ ਤੇ ਬਾਹਰੀ ਕਿਤੇ ਨਾ ਆਵੈ ਕਾਮ, ਜਲ ਬਿਨ ਸਾ ਕੁਮਲਾਵਤੀ ਉਪਜੈ ਨਾਹੀ ਦਾਮ, ਹਰ ਨਾਹਾ ਨਾ ਮਿਲਿਆ ਸਾਜਨੈ ਕਤ ਪਾਈਐ ਬਿਸਰਾਮ, ਜੈਤ ਘਰ ਹਰ ਕੰਤ ਨਾ ਪ੍ਰਗਟਈ ਭੱਠ ਨਗਰ ਸੇ ਗ੍ਰਾਮ, ਸਰਬ ਸੀਗਾਰ ਤੰਬੋਲ ਰਸ ਸਨ ਦੇਹੀ ਸਭ ਖਾਮ, ਪ੍ਰਭ ਸੁਆਮੀ ਕੰਤ ਵਿਹੂਣੀਆਂ ਮੀਤ ਸੱਜਣ ਸਭ ਜਾਮ, ਨਾਨਕ ਕੀ ਬੇਨੰਤੀਆ ਕਰ ਕਿਰਪਾ ਦੀਜੈ ਨਾਮ, ਹਰ ਮੇਲੋ ਸੁਆਮੀ ਸੰਗ ਪ੍ਰਭ ਜਿਸ ਕਾ ਨਿਹਚਲ ਧਾਮ। ਸਤਿਗੁਰੂ ਧੰਨ ਗੁਰੂ ਅਰਜਨ ਦੇਵ ਜੀ ਮਹਾਰਾਜ ਜੋ ਆਰੰਭਤਾ ਦੇ ਵਿੱਚ ਸਮਝਾਉਣਾ ਕਰਦੇ ਹਨ ਕਿ ਜਦੋਂ ਅਸੀਂ 12 ਮਾਹ ਦਾ ਆਰੰਭ ਕੀਤਾ ਤਾਂ ਸਭ ਤੋਂ ਪਹਿਲਾਂ ਮਾਲਕ ਦੇ ਚਰਨਾਂ ਵਿੱਚ ਬੇਨਤੀ ਕੀਤੀ, ਅਰਦਾਸ ਕੀਤੀ ਕਿ ਹੇ ਪ੍ਰਭੂ, ਮੈਂ ਦੁਖੀ ਹਾਂ। ਦੁਖੀ ਇਸ ਕਰਕੇ ਹਾਂ ਕਿ ਤੇਰੇ ਚਰਨਾਂ ਨਾਲੋਂ, ਤੇਰੇ ਨਾਲੋਂ ਮੇਰਾ ਵਿਛੋੜਾ ਪੈ ਗਿਆ ਹੈ। ਵਿਛੋੜਾ ਪੈਣਾ ਹੀ ਸਭ ਤੋਂ ਵੱਡਾ ਦੁੱਖ ਹੈ। ਜਦੋਂ ਵਿਛੜ ਜਾਈਏ ਤਾਂ ਦੁੱਖ ਕਿੰਨਾ ਕੁ ਲੱਗਦਾ ਹੈ, ਇਸ ਬਾਰੇ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਅੱਗੇ ਕਿਰਪਾ ਕਰਨਗੇ, ਜੋ ਆਪਾਂ ਵਿਚਾਰ ਕਰਾਂਗੇ ਕਿ ਅਸੀਂ ਆਪਣੇ ਕੀਤੇ ਹੋਏ ਕਰਮਾਂ ਕਰਕੇ ਵਿਛੜ ਗਏ ਹਾਂ। ਨਾ ਮਨ ਕਰਕੇ, ਨਾ ਬਚਨਾਂ ਕਰਕੇ ਤੇ ਨਾ ਹੀ ਕਰਮਾਂ ਕਰਕੇ। ਤੇਰੇ ਕਦੇ ਵੀ ਸਿਫਤ ਸਲਾਹ ਦੇ ਗੀਤ ਨਹੀਂ ਗਾਏ। ਅਸੀਂ ਆਪਣੇ ਕਰਮਾਂ ਦੇ ਕੰਮਾਂ ਦੇ ਮਗਰ ਹੀ ਭੱਜੇ ਫਿਰਦੇ ਰਹੇ। ਕੰਮਾਂ ਵਿੱਚ ਹੀ ਸਾਡੀ ਸੁਰਤ ਰਹੀ। ਆਪਣਾ ਪੇਟ ਕਿਵੇਂ ਭਰੀਏ, ਆਪਣਾ ਪਰਿਵਾਰ ਕਿਵੇਂ ਪਾਲੀਏ, ਆਪਣਾ ਘਰ ਕਿਵੇਂ ਚਲਾਈਏ, ਸਿਰਫ ਇਸੇ ਤਰ੍ਹਾਂ ਹੀ ਸਾਰਾ ਦਿਨ ਕੰਮ ਕਰਦਾ ਰਿਹਾ ਅਤੇ ਪੇਟ ਭਰਿਆ ਅਤੇ ਸੌਂ ਗਿਆ। ਦਿਨੇ ਕੰਮ ਵਿੱਚ ਲੰਘ ਗਿਆ, ਰਾਤ ਨੂੰ ਸੌਂ ਗਿਆ। ਸਤਿਗੁਰੂ ਪਾਤਸ਼ਾਹ ਦੀ ਬਾਣੀ ਵੀ ਸਾਨੂੰ ਸਮਝਾਉਣਾ ਕਰਦੀ ਕਿ ਜੋ ਧਰਮ ਸੀ, ਜੋ ਸਾਡਾ ਦੇਣ ਸੀ, ਅਸੀਂ ਕਰਨ ਵਾਸਤੇ ਆਏ ਸੀ, ਉਹਨੂੰ ਭੁੱਲ ਕੇ ਅਸੀਂ ਬਸ ਖਾਣ ਵੱਲ ਅਤੇ ਆਪਦੇ ਕੰਮ ਵੱਲ ਹੀ ਧਿਆਨ ਰੱਖਿਆ। ਦੀਨ ਬਸਾਰਿਓ ਰੇ ਦੀਵਾਨੇ, ਦੀਨ ਬਸਾਰਿਓ ਰੇ ਪੇਟ ਭਰਿਓ ਪਸ਼ੂਆ ਜੋ ਸੋਇਓ, ਮਨੁੱਖ ਜਨਮ ਹੈ ਹਾਰਿਓ। ਸਤਿਗੁਰੂ ਕਹਿੰਦੇ ਜਿਹੜਾ ਧਰਮ ਸੀ ਉਹਨੂੰ ਤੂੰ ਭੁੱਲ ਗਿਆ। ਜਿਵੇਂ ਪਸ਼ੂ ਪੇਟ ਭਰ ਕੇ ਰੱਜ ਕੇ ਸੌਂ ਜਾਂਦਾ ਹੈ, ਉਸੇ ਤਰ੍ਹਾਂ ਹੀ ਮਨੁੱਖ ਤੇਰਾ ਸੁਭਾਅ ਬਣ ਗਿਆ। ਸਾਰਾ ਦਿਨ ਕੰਮ ਕੀਤਾ, ਰਾਤ ਨੂੰ ਰੱਜ ਕੇ ਅੰਨ ਖਾਧਾ ਅਤੇ ਸੌਂ ਗਿਆ। ਪੇਟ ਭਰਿਓ ਪਸ਼ੂਆ ਜੋ ਸੋਇਓ, ਕਹਿੰਦੇ ਪਸ਼ੂਆਂ ਦੇ ਵਾਂਗੂ ਤੂੰ ਸੌਂ ਗਿਆ। ਮਨੁੱਖ ਜਨਮ ਹੈ ਹਾਰਿਓ, ਜਿਹੜਾ ਮਨੁੱਖਾ ਜਨਮ ਸੀ ਇਹ ਗਵਾ ਦਿੱਤਾ। ਸਤਿਗੁਰੂ ਪਾਤਸ਼ਾਹ ਕਹਿੰਦੇ ਕਿ ਇਹ ਮਾਲਕ, ਅਸੀਂ ਆਪਣੇ ਕਰਮਾਂ ਕਰਕੇ ਹੀ ਤੇਰੇ ਤੋਂ ਵਿਛੜੇ ਹਾਂ। ਕਿਰਤ ਕਰਮ ਕੇ ਵਿਛੜੇ ਕਰ ਕਿਰਪਾ ਮੇਲੋ ਰਾਮ, ਆਪਣੇ ਕੀਤੇ ਹੋਏ ਕਰਮਾਂ ਕਰਕੇ ਵਿਛੜੇ ਹਾਂ। ਹੁਣ ਤੁਸੀਂ ਕਿਰਪਾ ਕਰੋ, ਜੇਕਰ ਤੁਸੀਂ ਤਰੁੱਠੇ ਹੋ, ਸਾਨੂੰ ਸੋਝੀ ਬਖਸ਼ੀ ਹੈ, ਸਮਾਂ ਬਖਸ਼ਿਆ ਹੈ ਮਨੁੱਖਾ ਜਨਮ ਦੇ ਵਿੱਚ, ਤਾਂ ਕਿਰਪਾ ਕਰਕੇ ਆਪਣੇ ਚਰਨਾਂ ਦੇ ਨਾਲ ਮੇਲ ਲਓ। ਸਤਿਗੁਰੂ ਧੰਨ ਗੁਰੂ ਨਾਨਕ ਦੇਵ ਜੀ ਮਹਾਰਾਜ ਵੀ ਕਿਰਪਾ ਕਰਦੇ ਹਨ ਕਿ ਪੁਰਾਣਾ ਮਨੁੱਖ ਦਾ ਇਤਿਹਾਸ ਹੈ ਕਿ ਉਨੀ ਪੁਰਾਣੀ ਅਰਦਾਸ ਹੈ ਜਦੋਂ ਦਾ ਮਨੁੱਖ ਹੋਂਦ ਵਿੱਚ ਆਇਆ।
ਮਨੁੱਖ ਜਦੋਂ ਤੋਂ ਹੋਂਦ ਵਿੱਚ ਆਇਆ, ਜਿਸ ਨੂੰ ਉਦੋਂ ਤੋਂ ਹੀ ਅਰਦਾਸ ਬਣੀ ਹੈ। ਅਰਦਾਸ ਦੀ ਬਹੁਤ ਵੱਡੀ ਪਾਵਰ ਹੈ, ਤਾਕਤ ਹੈ। ਕਹਿਣ ਲੱਗੇ ਉਸ ਦਿਨ ਤੋਂ ਹੀ ਅਰਦਾਸ ਬਣੀ ਹੈ। ਆਰੰਭਤਾ ਹੈ ਗੁਰੂ ਗ੍ਰੰਥ ਸਾਹਿਬ ਵਿੱਚ ਮਹਾਰਾਜ ਕਹਿੰਦੇ ਹਨ ਕਿ ਜਦੋਂ ਮਨੁੱਖ ਮਾਤਾ ਦੇ ਉਦਰ ਵਿੱਚ ਪ੍ਰਵੇਸ਼ ਕਰਦਾ ਹੈ, ਉਦੋਂ ਇਸ ਨੂੰ ਖੁਰਾਕ ਦਾ ਕੋਈ ਫਿਕਰ ਨਹੀਂ, ਉਦੋਂ ਇਸ ਨੂੰ ਘਰ ਬਣਾਉਣ ਦਾ ਕੋਈ ਫਿਕਰ ਨਹੀਂ, ਘਰ ਦਾ ਕੋਈ ਫਿਕਰ ਨਹੀਂ, ਉਦੋਂ ਇਹਨੂੰ ਪਰਿਵਾਰ ਦਾ ਵੀ ਕੋਈ ਫਿਕਰ ਨਹੀਂ। ਪਰ ਉਦੋਂ ਇਹ ਸਵਾਸ ਸਵਾਸ ਪਰਮੇਸ਼ਵਰ ਦਾ ਨਾਮ ਜਪਦਾ ਹੈ। ਸਤਿਗੁਰੂ ਪਾਤਸ਼ਾਹ ਕਹਿੰਦੇ ਜਠਰ ਅਗਨ ਵੀ ਉਦੋਂ ਇਸ ਨੂੰ ਨਹੀਂ ਸਾੜਦੀ। ਕਿਉਂ? ਕਿ ਉਦੋਂ ਪ੍ਰਮਾਤਮਾ ਨਾਲ ਜੁੜਿਆ ਹੈ। ਜੈਸੇ ਜਨਨ ਜਠਰ ਮੈਂ ਪ੍ਰਾਣੀ, ਰਹਿਤਾ ਨਾਮ ਆਧਾਰ, ਆਨੰਦ ਕਰੇ ਸਾਸ ਸਾਸ ਮਾਰੇ ਨਾ ਪੋਹੇ ਅਗਨਾਰ। ਕਹਿੰਦੇ ਜੈਸੇ ਜਨਨ ਜਠਰ, ਜੈਸੇ ਮਾਤਾ ਦੇ ਉਦਰ ਦੇ ਵਿੱਚ ਜਠਰ ਅਗਨ ਦੇ ਵਿੱਚ ਰਹਿੰਦਾ ਹੈ ਕਿ ਇਹ ਮਨੁੱਖ ਤੈਨੂੰ ਉੱਥੇ ਪ੍ਰਮਾਤਮਾ ਦੇ ਨਾਮ ਦੇ ਕਰਕੇ ਹੀ ਉਸ ਅਗਨ ਨੇ ਵੀ ਨਹੀਂ ਸਾੜਿਆ। ਰਹਿਤਾ ਨਾਮ ਆਧਾਰ, ਉੱਥੇ ਨਾਮ ਦੇ ਆਸਰੇ ਦੇ ਨਾਲ ਰਹਿੰਦਾ ਹੈ। ਉੱਥੇ ਇਸ ਦਾ ਕੋਈ ਹੋਰ ਤਾਂ ਇਸ ਨੂੰ ਸੰਭਾਲਣ ਵਾਲਾ ਨਹੀਂ, ਉੱਥੇ ਪ੍ਰਮਾਤਮਾ ਹੀ ਸੰਭਾਲਣ ਵਾਲਾ ਹੈ। ਉੱਥੇ ਪ੍ਰਮਾਤਮਾ ਦਾ ਨਾਮ ਹੀ ਇਸ ਦੀ ਸੰਭਾਲ ਕਰਦਾ ਹੈ, ਇਸ ਨੂੰ ਤਾਕਤ ਬਖਸ਼ਦਾ ਹੈ। ਆਨੰਦ ਕਰੇ, ਉੱਥੇ ਖੁਸ਼ੀ ਦੇ ਵਿੱਚ ਹੈ। ਆਨੰਦ ਕਰੇ ਸਾਸ ਸਾਸ ਸੰਭਾਰੇ, ਉੱਥੇ ਸਵਾਸ ਸਵਾਸ ਸਿਮਰਦਾ ਹੈ। ਨਾ ਪੋਹੇ ਅਗਨਾਰ, ਉੱਥੇ ਨੂੰ ਉਹ ਅਗਨ ਛੂੰਹਦੀ ਤੱਕ ਵੀ ਨਹੀਂ। ਪਾਤਸ਼ਾਹ ਕਹਿੰਦੇ ਪਰ ਜਦੋਂ ਅਸੀਂ ਮਾਤਲੋਕ ਦੀ ਧਰਤੀ 'ਤੇ ਆਏ, ਜਨਮ ਹੋਇਆ, ਉਦੋਂ ਅਸੀਂ ਪ੍ਰਮਾਤਮਾ ਨੂੰ ਭੁੱਲ ਗਏ ਅਤੇ ਆਪਣੇ ਕੰਮਾਂ ਕਾਰਾਂ ਦੇ ਵਿੱਚ ਹੀ ਲੱਗ ਗਏ। ਜਦੋਂ ਸੁਰਤ ਸੰਭਾਲੀ, ਉਦੋਂ ਸਾਨੂੰ ਪਰਿਵਾਰ ਦਾ ਮੋਹ ਬਣ ਗਿਆ, ਘਰ ਦਾ ਮੋਹ ਬਣ ਗਿਆ, ਸਾਡੇ ਕੰਮਾਂ ਦਾ ਮੋਹ ਬਣ ਗਿਆ। ਉੱਧਰੋਂ ਪ੍ਰੀਤ ਸਾਡੀ ਪ੍ਰਮਾਤਮਾ ਨਾਲੋਂ ਟੁੱਟ ਗਈ ਅਤੇ ਸਾਨੂੰ ਇਹ ਜੋ ਦੁੱਖ ਭੋਗਣੇ ਜੋ ਪੈ ਰਹੇ। ਸਤਿਗੁਰੂ ਕਹਿੰਦੇ ਕਿਰਤ ਕਰਮ ਕੇ ਵਿਛੜੇ ਕਰ ਕਿਰਪਾ ਮੇਲੋ ਰਾਮ, ਆਪਣੇ ਕਰਮਾਂ ਕਰਕੇ ਅਸੀਂ ਵਿਛੜੇ ਹੋਏ ਹਾਂ। ਸਤਿਗੁਰੂ ਪਾਤਸ਼ਾਹ ਅੱਗੇ ਕਿਰਪਾ ਕਰਦੇ ਹਨ ਕਿ ਮੇਲ ਲੈਹੋ ਦਇਆਲ ਢਹਿ ਪਏ ਦੁਆਰਿਆ, ਕਿ ਅਸੀਂ ਤੇਰੇ ਦੁਆਰੇ 'ਤੇ ਆ ਕੇ ਢਹਿ ਗਏ ਹਾਂ, ਕਿਰਪਾ ਕਰੋ। ਰੱਖ ਲੇਵੋ ਦੀਨ ਦਿਆਲ, ਭ੍ਰਮ ਤਬਾਹ ਹਾਰਿਆ, ਕਿ ਹੇ ਮੇਰੇ ਮਾਲਕ ਤੂੰ ਕਿਰਪਾ ਕਰ, ਸਾਨੂੰ ਰੱਖ ਲੈ। ਹਜ਼ੂਰ ਕਹਿੰਦੇ ਹਨ ਕਿ ਇਸ ਤਰ੍ਹਾਂ ਕਰਕੇ ਜੋ ਅਸੀਂ ਭਟਕ ਰਹੇ ਹਾਂ, ਇਸ ਤਰ੍ਹਾਂ ਕਰਕੇ ਅਰਦਾਸ ਕਰੀਏ ਕਿ ਹੇ ਮਾਲਕ, ਜੇ ਤੂੰ ਤਰੁੱਠਾ ਹੈ ਤਾਂ ਸਾਨੂੰ ਕਿਰਪਾ ਕਰਕੇ ਬਖਸ਼ ਲੈ, ਆਪਣੇ ਚਰਨਾਂ ਦੇ ਨਾਲ ਜੋੜ ਲੈ। ਚਾਰ ਕੁੰਟ ਦਾ ਦਸ ਭ੍ਰਮੇ ਤੱਕ ਆਏ ਪ੍ਰਭ ਕੀ ਸਾਮ। ਚਾਰ ਕੁੰਟ, ਚਾਰ ਕੋਨੇ, ਚਾਰ ਦਿਸ਼ਾਵਾਂ। ਚਾਰ ਕੁੰਟ ਦਾ ਅਰਥ ਚਾਰ ਕੋਨੇ। ਹੁਣ 10 ਦਿਸ਼ਾਵਾਂ ਕਿਹੜੀਆਂ? ਗੁਰੂ ਅਰਜਨ ਦੇਵ ਜੀ ਮਹਾਰਾਜ ਸਮਝਾਉਂਦੇ ਕਿ ਚਾਰ ਦਿਸ਼ਾਵਾਂ ਉੱਤਰ, ਦੱਖਣ, ਪੂਰਬ, ਪੱਛਮ। ਚਾਰ ਕੋਨੇ ਵੀ ਇਹਨਾਂ ਨੂੰ ਕਿਹਾ ਜਾਂਦਾ ਹੈ। ਧਰਤੀ 9 ਜੋ ਚਾਰ ਕੋਨਿਆਂ ਦੇ ਵਿਚਾਲੇ ਹਨ, ਇਹਨਾਂ ਨੂੰ, ਔਰ ਧਰਤੀ 9ਵੀਂ ਅਤੇ 10ਵਾਂ ਅਸਮਾਨ। ਕਹਿੰਦੇ ਇਸੇ ਤਰ੍ਹਾਂ ਕਰਕੇ ਹੀ ਇਹ 10 ਦਿਸ਼ਾਵਾਂ ਵਿੱਚੋਂ ਭਟਕਦੇ ਹੋਏ ਕਿ ਪ੍ਰਭੂ ਅਸੀਂ ਤੇਰੀ ਸ਼ਰਨ ਦੇ ਵਿੱਚ ਆਏ ਹਾਂ, ਸਾਨੂੰ ਕਿਤੇ ਵੀ ਆਸਰਾ ਨਹੀਂ ਮਿਲਦਾ। ਜਿੱਥੇ ਕੋਈ ਮਰਜ਼ੀ ਭੱਜ ਕੇ ਆ ਜਾਵੇ, ਆਖਰ ਨੂੰ ਪ੍ਰਮਾਤਮਾ ਹੀ ਸਹਾਰਾ ਬਣਦਾ ਹੈ। ਸਤਿਗੁਰੂ ਤਾਂ ਕਹਿੰਦੇ ਭਾਵੇਂ 10 ਦਿਸ਼ਾਵਾਂ ਤੱਕ ਵੀ ਕੋਈ ਭੱਜ ਲਵੇ, ਪਰ ਜਿੰਨਾ ਚਿਰ ਪ੍ਰਮਾਤਮਾ ਦੇ ਨਾਲ ਮਨ ਨਹੀਂ ਜੁੜਦਾ, ਉਹਦਾ ਆਸਰਾ ਨਹੀਂ ਤੱਕਦਾ, ਉਹਨਾਂ ਚਿਰ ਦੀ ਭਟਕਣਾ ਨਹੀਂ ਮਿਲਦੀ। ਸਤਿਗੁਰੂ ਤਾਂ ਕਹਿੰਦੇ ਚਾਰ ਕੁੰਟ ਦਾਹ ਦਸ ਭ੍ਰਮੇ ਥਕਾਏ ਪ੍ਰਭ ਕੀ ਸਾਮ। ਕਹਿਣ ਲੱਗੇ ਕਿ ਗੁਰੂ ਅਰਜਨ ਸਾਹਿਬ ਪਾਤਸ਼ਾਹ ਕਹਿੰਦੇ ਨਾ ਧਰਤੀ, ਨਾ ਅਸਮਾਨ ਵਿੱਚ, ਨਾ ਪੂਰਬ, ਨਾ ਪੱਛਮ, ਨਾ ਉੱਤਰ, ਨਾ ਦੱਖਣ, ਅਰੇ ਚਾਰੇ ਕੋਨੇ ਕਿਹੜੀ ਥਾਂ ਹੈ ਜਿੱਥੇ ਅਸੀਂ ਭਟਕ ਕੇ ਨਹੀਂ ਆਏ। ਚਾਰ ਸਫੇਰੇ ਛੱਡ ਕੇ ਆਖਰ ਨੂੰ ਕਿ ਐ ਸਤਿਗੁਰੂ ਤੇਰੇ ਚਰਨਾਂ ਦੇ ਵਿੱਚ ਆਏ ਹਾਂ, ਤੇਰੀ ਸ਼ਰਨ ਤੱਕੀ ਹੈ। ਸਤਿਗੁਰੂ ਪਾਤਸ਼ਾਹ ਕਹਿੰਦੇ ਕਿ ਇਸ ਤਰ੍ਹਾਂ ਪਰ ਭਾਈ ਬੇਨਤੀਆਂ ਕਰ ਪਰਮਾਤਮਾ ਦੇ ਅੱਗੇ ਕਿ ਤੇਰੀ ਭਟਕਣਾ ਮਿਟ ਜਾਵੇ ਅਤੇ ਤੈਨੂੰ ਪਰਮਾਤਮਾ ਆਪਣੇ ਚਰਨਾਂ ਦੇ ਨਾਲ ਜੋੜ ਲਵੇ। ਧੇਣ ਦੁੱਧੈ ਤੇ ਬਾਹਰ ਹੀ ਕਿਤੇ ਨਾ ਆਵੇ ਕਾਮ। ਸਾਹਿਬ ਕਹਿੰਦੇ ਜੇ ਕੋਈ ਤੈਨੂੰ ਪੁੱਛੇ ਕਿ ਤੇਰਾ ਨਾਮ ਤੋਂ ਬਿਨਾਂ ਨਹੀਂ ਸਰਦਾ,
कि तेरा नाम तो बिना नहीं सरदा, तां साहब कहन लगे कि मੱਝ ਦੁੱਧ ना देवे ਤਾਂ ਪਿੰਡਾਂ ਵਾਲੇ ਉਸ ਨੂੰ ਹਲ ਅੱਗੇ ਜੋੜ ਲੈਂਦੇ ਹਨ ਜਾਂ ਉਸ ਨੂੰ ਕਿਸੇ ਨੂੰ ਵੇਚ ਦਿੰਦੇ ਹਨ। ਪਰ ਗਾਂ ਅਜਿਹੀ ਸੀ ਕਿ ਜੇ ਉਹ ਦੁੱਧ ਨਾ ਦੇਵੇ ਤਾਂ ਉਹ ਕਿਸੇ ਕੰਮ ਨਹੀਂ ਆਉਂਦੀ ਅਤੇ ਲੋਕ ਉਸ ਨੂੰ ਛੱਡ ਦਿੰਦੇ ਹਨ, ਘਰੋਂ ਕੱਢ ਦਿੰਦੇ ਹਨ। ਧੇਣ ਦੁੱਧੈ ਤੇ ਬਾਹਰੀ ਕਿਤੇ ਨਾ ਆਵੇ ਕਾਮ, ਜਲ ਬਿਨ ਸਾਖ ਮਿਲਾਵਟੀ ਉਪਜੈ ਨਾਹੀ ਦਾਮ। ਪਾਣੀ ਨਾ ਮਿਲੇ ਤਾਂ ਫਸਲ ਖਰਾਬ ਹੋ ਜਾਂਦੀ ਹੈ। ਜੇ ਫਸਲ ਅਨਾਜ ਨਹੀਂ ਦੇਵੇਗੀ ਤਾਂ ਉਸ ਨੂੰ ਵੇਚ ਕੇ ਘਰ ਵਿੱਚ ਦੌਲਤ ਕਿਵੇਂ ਆਵੇਗੀ, ਘਰ ਦਾ ਗੁਜ਼ਾਰਾ ਕਿਵੇਂ ਚੱਲੇਗਾ। ਜਿਵੇਂ ਪਾਣੀ ਤੋਂ ਬਿਨਾਂ ਫਸਲ ਕਿਸੇ ਕੰਮ ਨਹੀਂ, ਦੁੱਧ ਤੋਂ ਬਿਨਾਂ ਗਾਂ ਕਿਸੇ ਕੰਮ ਨਹੀਂ, ਇਸੇ ਤਰ੍ਹਾਂ ਕਿ ਮੇਰੇ ਮਾਲਕ ਜੀ ਤੇਰੇ ਨਾਮ ਤੋਂ ਬਿਨਾਂ ਇਹ ਮਨੁੱਖਾ ਜਨਮ ਵੀ ਕਿਸੇ ਕੰਮ ਨਹੀਂ। ਜਿਸ ਹਿਰਦੇ ਵਿੱਚ ਪ੍ਰਮਾਤਮਾ ਦਾ ਨਾਮ ਨਹੀਂ, ਉਹ ਇੱਕ ਬਲਦੀ ਹੋਈ ਭੱਠ ਦੀ ਤਰ੍ਹਾਂ ਹੈ। ਜਲ ਬਿਨ ਸਾਖ ਮਿਲਾਵਟੀ ਉਪਜੇ ਨਾਹੀ ਦਾਮ, ਹਰ ਨਾਹ ਨਾ ਮਿਲੀਏ ਸਾਜਣੈ ਕਤ ਪਾਈਐ ਵਿਸਰਾਮ। ਇੱਥੇ ਨਾਹ ਦਾ ਅਰਥ ਹੈ ਪਤੀ ਪਰਮਾਤਮਾ, ਉਹ ਵਾਹਿਗੁਰੂ ਪਰਮੇਸ਼ਵਰ। ਗੁਰੂ ਅਰਜਨ ਪਾਤਸ਼ਾਹ ਜੀ ਕਹਿੰਦੇ ਹਨ ਕਿ ਹੇ ਪ੍ਰਭੂ ਜੀ, ਜਿਵੇਂ ਪਤੀ ਦਾ ਮਿਲਾਪ ਹਾਸਲ ਨਾ ਹੋਵੇ ਤਾਂ ਜੀਵ ਇਸਤਰੀ ਦੇ ਅੰਦਰ ਨੂੰ ਟਿਕਾ ਨਹੀਂ ਮਿਲਦਾ, ਕਿ ਹੇ ਪ੍ਰਭੂ ਇਸੇ ਤਰ੍ਹਾਂ ਹੀ ਤੇਰੇ ਮਿਲਾਪ ਤੋਂ ਬਿਨਾਂ, ਤੇਰੇ ਦਰਸ਼ਨਾਂ ਤੋਂ ਬਿਨਾਂ ਅੰਦਰ ਨੂੰ ਭੋਰਾ ਜਿੰਨਾ ਵੀ ਜੋ ਟਿਕਾ ਨਹੀਂ ਹੈ, ਇਹ ਭਟਕਦਾ ਫਿਰਦਾ ਹੈ। ਜਿਤ ਘਰ ਹਰ ਕੰਤ ਨਾ ਪ੍ਰਗਟਈ, ਭੱਠ ਨਗਰ ਸੇ ਗ੍ਰਾਮ। ਜਿਸ ਹਿਰਦੇ ਵਿੱਚ, ਹਿਰਦੇ ਰੂਪੀ ਘਰ ਦੇ ਅੰਦਰ ਪਰਮਾਤਮਾ ਪ੍ਰਗਟ ਨਹੀਂ ਹੁੰਦਾ, ਆਉਂਦਾ ਨਹੀਂ, ਉਹ ਸ਼ਹਿਰ ਹੋਵੇ, ਭਾਵੇਂ ਉਹ ਪਿੰਡ ਹੋਵੇ, ਭਾਵੇਂ ਉਹ ਸਰੀਰ ਰੂਪੀ ਨਗਰ ਹੋਵੇ। ਪਾਤਸ਼ਾਹ ਕਹਿੰਦੇ ਉਹ ਕੇਵਲ ਇੰਝ ਹੈ ਜਿਵੇਂ ਬਲਦਾ ਹੋਇਆ ਭੱਠ ਹੋਵੇ। ਸਤਿਗੁਰੂ ਪਾਤਸ਼ਾਹ ਕਹਿੰਦੇ ਹਨ ਕਿ ਤੇਰੀ ਯਾਦ ਤੋਂ ਬਿਨਾਂ ਉੱਤੇ ਪਾਏ ਹੋਏ ਬਸਤਰ, ਸਰੀਰ ਉੱਤੇ ਪਾਏ ਹੋਏ ਬਸਤਰ ਵੀ ਇੰਝ ਲੱਗਦੇ ਹਨ ਕਿ ਤਨ ਨੂੰ ਜਿਵੇਂ ਅੱਗ ਲੱਗ ਰਹੀ ਹੋਵੇ, ਲਾਂਭੂ ਲੱਗ ਰਿਹਾ ਹੋਵੇ। ਪਾਤਸ਼ਾਹ ਕਹਿੰਦੇ ਇੰਨੀ ਅੰਦਰ ਹਉਮੈ ਦੀ, ਹੰਕਾਰ ਦੀ, ਲੋਭ ਦੀ ਅੱਗ ਬਲਦੀ ਹੈ, ਇਸ ਨੂੰ ਕੁਝ ਵੀ ਚੰਗਾ ਨਹੀਂ ਲੱਗਦਾ। ਸਰਬ ਸਿਗਾਰ ਤੰਬੋਲ ਰਸ, ਸਣ ਦੇਹੀ ਸਭ ਖਾਮ। ਗੁਰੂ ਪਾਤਸ਼ਾਹ ਕਹਿੰਦੇ ਹਨ ਕਿ ਦੇਹੀ ਦੇ ਕੀਤੇ ਹੋਏ ਸਾਰੇ ਸ਼ਿੰਗਾਰ, ਰਸਨਾ ਰਸ, ਰਸਨਾ ਦਾ ਰਸ ਸਮੇਤ ਤੇਰੀ ਦੇਹੀ ਦੇ ਸਭ ਕੁਝ ਸਾਰੇ ਵਿਅਰਥ ਹਨ, ਜੇਕਰ ਪ੍ਰਮਾਤਮਾ ਦਾ ਨਾਮ ਤੇਰੇ ਅੰਦਰ ਨਹੀਂ ਵਸਿਆ। ਪ੍ਰਭ ਸੁਆਮੀ ਕੰਤ ਵਿਹੂਣੀਆਂ, ਮੀਤ ਸੱਜਣ ਸਭ ਜਾਮ। ਜਿਨ੍ਹਾਂ ਦੇ ਹਿਰਦੇ ਦੀ ਸੇਜ ਤੇ ਮਾਲਕ ਦੇ ਨਾਮ ਤੋਂ ਬਿਨਾਂ ਸੇਜ ਸੁੰਨੀ ਪਈ ਹੈ, ਹਿਰਦਾ ਸੁੰਨਾ ਪਿਆ ਹੈ, ਉਹ ਪ੍ਰਮਾਤਮਾ ਦਾ ਭੈ ਨਹੀਂ, ਪ੍ਰਮਾਤਮਾ ਦਾ ਨਾਮ, ਉਹਦੀ ਯਾਦ ਹਿਰਦੇ ਵਿੱਚ ਨਹੀਂ। ਸਤਿਗੁਰੂ ਕਹਿੰਦੇ ਉਹਨਾਂ ਦੇ ਭਾਵੇਂ ਕਿੰਨੇ ਹੀ ਮਿੱਤਰ ਹੋਣ, ਇੰਝ ਲੱਗਣਗੇ ਜਿਵੇਂ ਦੂਤ ਚਿੰਬੜੇ ਹੋਏ ਹਨ। ਕਈ ਹੁਣ ਮਿੱਤਰਾਂ ਨੂੰ ਵੀ ਚੰਗਾ ਨਹੀਂ ਸਮਝਦੇ, ਆਪਣੇ ਸੱਜਣਾਂ ਨੂੰ ਵੀ ਚੰਗਾ ਨਹੀਂ ਸਮਝਦੇ। ਕਿਉਂ? ਕਿ ਉਹਨਾਂ ਦੇ ਅੰਦਰ ਨੂੰ ਟਿਕਾਓ ਨਹੀਂ, ਉਹਨਾਂ ਦੇ ਆਪਣੇ ਸੁਭਾਅ ਵਰਗੇ ਹੀ ਸਾਰਿਆਂ ਦੇ ਸੁਭਾਅ ਦਿਸਦੇ ਹਨ। ਸਤਿਗੁਰੂ ਕਹਿੰਦੇ ਇਹ ਰਸ ਵਿਅਰਥ ਹਨ। ਸਤਿਗੁਰੂ ਪਾਤਸ਼ਾਹ ਕਹਿੰਦੇ ਕਿ ਨਾਨਕ ਕੀ ਬੇਨੰਤੀਆ, ਕਰ ਕਿਰਪਾ ਦੀਜੈ ਨਾਮ। ਤਾਂ ਸਤਿਗੁਰੂ ਪਾਤਸ਼ਾਹ ਕਹਿੰਦੇ ਕਿ ਮੇਰੇ ਮਾਲਕ, ਜੇ ਤੂੰ ਤਰੁੱਠਾ ਹੈ ਤਾਂ ਹੁਣ ਕਿਰਪਾ ਕਰ, ਮੈਨੂੰ ਆਪਣੇ ਨਾਮ ਦੀ ਦਾਤ ਬਖਸ਼ ਦੇ। ਤੇਰਾ ਨਾਮ ਮੇਰੇ ਹਿਰਦੇ ਦੇ ਵਿੱਚ ਟਿਕ ਜਾਵੇ, ਤੇਰੇ ਨਾਲ ਮੇਰਾ ਮਨ ਜੁੜ ਜਾਵੇ, ਤੂੰ ਇਹ ਦਾਤ ਬਖਸ਼ ਦੇ। ਤੇਰੇ ਨਾਮ ਤੋਂ ਬਿਨਾਂ ਬਖਸ਼ਿਸ਼ ਨਹੀਂ ਮਿਲਣੀ, ਤੇਰੇ ਨਾਮ ਤੋਂ ਬਿਨਾਂ ਤੇਰੇ ਨਾਲ ਮਿਲਾਪ ਨਹੀਂ ਹੋਣਾ, ਇਹ ਮਨੁੱਖਾ ਜਨਮ ਸਫਲਾ ਨਹੀਂ ਹੋਣਾ। ਹਰ ਮੇਲੋ ਸੁਆਮੀ ਸੰਗ ਪ੍ਰਭ, ਜਿਸ ਕਾ ਨਿਹਚਲ ਧਾਮ। ਸਤਿਗੁਰੂ ਪਾਤਸ਼ਾਹ ਕਹਿੰਦੇ ਹਨ ਕਿ ਮੈਨੂੰ ਉਹ ਨਾਮ ਦੇ ਦੇ ਜਿਸ ਨੇ ਕਦੀ ਜਾਣਾ ਨਹੀਂ, ਜਿਸ ਨੇ ਕਦੀ ਖਤਮ ਨਹੀਂ ਹੋਣਾ। ਇੱਕ ਨਾਮ ਹੀ ਅਮਰ ਹੈ, ਜਿਹੜਾ ਕਦੇ ਨਾ ਖਤਮ ਹੁੰਦਾ ਹੈ, ਨਾ ਕਦੇ ਹੋਇਆ, ਨਾ ਹੋਵੇਗਾ। ਹੋਰ ਸਭ ਕੁਝ ਖਤਮ ਹੋਣ ਵਾਲਾ ਹੈ। ਮੈਨੂੰ ਉਸ ਨਾਲ ਸਤਿਗੁਰੂ ਕਿਰਪਾ ਕਰਕੇ ਜੋੜ ਦਿਓ, ਜਿਸ ਦੇ ਟਿਕਾਣੇ ਨੂੰ ਕੋਈ ਅੱਜ ਤੱਕ ਖਤਮ ਨਹੀਂ ਕਰ ਸਕਿਆ। ਜਿਸ ਨੂੰ ਸਾਈਂ ਦੇ ਨਾਮ ਦੀ ਦਾਤ ਦਿੱਤੀ, ਉਹ ਅੰਦਰੋਂ ਖੇੜੇ ਵਿੱਚ ਆ ਗਿਆ, ਉਹਦੇ ਅੰਦਰ ਨੂੰ ਆਨੰਦ ਮਿਲ ਗਿਆ। ਸਤਿਗੁਰੂ ਪਾਤਸ਼ਾਹ ਅੱਗੇ ਚੇਤ ਦੇ ਮਹੀਨੇ ਦੀ ਆਰੰਭਤਾ ਕਰਦੇ ਹਨ। ਸਤਿਗੁਰੂ ਕਹਿੰਦੇ ਚੇਤ ਗੋਬਿੰਦ ਅਰਾਧਿਐ ਹੋਵੇ ਆਨੰਦ ਘਣਾ। ਚੇਤ ਦਾ ਮਹੀਨਾ ਆਰੰਭ ਹੋਇਆ ਤਾਂ ਸਤਿਗੁਰੂ ਪਾਤਸ਼ਾਹ ਕਹਿੰਦੇ ਹਰ ਇੱਕ ਮਨੁੱਖ ਦੀ ਅੰਦਰ ਦੀ ਇੱਕ ਇੱਛਾ ਹੁੰਦੀ ਕਿ ਮੈਂ ਖੁਸ਼ ਕਿਵੇਂ ਹੋਵਾਂ। ਕੋਈ ਨਹੀਂ ਕਹਿੰਦਾ ਕਿ ਮੇਰੇ ਘਰ ਦੁੱਖ ਹੋਵੇ, ਕਲੇਸ਼ ਹੋਵੇ, ਮੈਂ ਦੁਖੀ ਹੋਵਾਂ। ਪਰ ਸਤਿਗੁਰੂ ਕਹਿੰਦੇ
ਖੁਸ਼ੀ ਵਿੱਚ ਤੇ ਆਨੰਦ ਵਿੱਚ ਫਰਕ ਬਹੁਤ ਹੈ। ਖੁਸ਼ੀ ਵਿਅਕਤੀਗਤ ਹੁੰਦੀ ਹੈ, ਕੁਝ ਸਮੇਂ ਦੀ ਹੁੰਦੀ ਹੈ, ਤੇ ਆਨੰਦ ਹੈ ਉਹਦਾ ਸਵਾਦ ਕੁਝ ਵੱਖਰਾ ਹੈ, ਜਿਹੜਾ ਸਰੀਰ ਦੇ ਵਿਣਸਣ ਤੋਂ ਬਾਅਦ ਵੀ ਖਤਮ ਨਹੀਂ ਹੁੰਦਾ। ਚੇਤ ਗੋਬਿੰਦ ਅਰਾਧੀਐ, ਜੇ ਤੂੰ ਆਨੰਦ ਦੀ ਪ੍ਰਾਪਤੀ ਚਾਹੁੰਦਾ ਹੈ ਤਾਂ ਚੇਤ ਦੇ ਮਹੀਨੇ ਵਿੱਚ ਭਾਈ ਉਸ ਮਾਲਕ ਦੀ ਅਰਾਧਨਾ ਕਰ, ਉਸ ਪਰਮੇਸ਼ਵਰ ਦਾ ਨਾਮ ਜਪ, ਉਹਦੇ ਨਾਲ ਜੁੜ। ਅਰਾਧਨਾ ਕਰਨ ਨਾਲ ਮਿਲੇਗਾ। ਜੇ ਹੋਵੇ ਆਨੰਦ ਘਣਾ, ਪਾਤਸ਼ਾਹ ਕਹਿੰਦੇ ਆਨੰਦਾਂ ਦੀ ਤੈਨੂੰ ਪੁਰੀ ਵਿੱਚ ਲੈ ਜਾਵੇਗਾ। ਘਣਾ ਦਾ ਅੱਖਰੀ ਅਰਥ ਹੈ ਬਹੁਤ ਜ਼ਿਆਦਾ। ਹੋਵੇ ਆਨੰਦ ਘਣਾ, ਕਹਿੰਦੇ ਹਨ ਕਿ ਬਹੁਤ ਆਨੰਦ ਮਿਲੇਗਾ। ਉਹ ਆਨੰਦ ਜਿਹੜਾ ਇੱਕ ਵਾਰੀ ਆ ਜਾਏ, ਮੌਤ ਆਉਣ 'ਤੇ ਵੀ ਉਹ ਖਤਮ ਨਹੀਂ ਹੁੰਦਾ। ਮੌਤ ਵੀ ਉਸ ਨੂੰ ਫਿਰ ਪਿਆਰ ਕਰਨ ਲੱਗ ਪੈਂਦੀ ਹੈ, ਉਸ ਨੂੰ ਡਰਾਉਂਦੀ ਨਹੀਂ। ਮਨੁੱਖ ਦੁਖੀ ਉਦੋਂ ਹੁੰਦਾ ਹੈ ਜਦੋਂ ਮੌਤ ਆਉਂਦੀ ਤੇ ਇਨਸਾਨ ਡਰਦਾ ਹੈ। ਤਾਂ ਸਤਿਗੁਰੂ ਦੀ ਬਾਣੀ ਵੀ ਕਹਿੰਦੀ ਹੈ, ਜਿਸ ਮਰਨੇ ਤੇ ਜਗ ਡਰੇ। ਭਗਤ ਕਬੀਰ ਜੀ ਦਾ ਸ਼ਬਦ ਹੈ, ਸ਼ਲੋਕ ਹੈ, ਕਹਿੰਦੇ ਜਿਸ ਮਰਨੇ ਤੇ ਜਗ ਡਰੇ ਮੇਰੇ ਮਨ ਆਨੰਦ, ਮਰਨੇ ਹੀ ਤੇ ਪਾਈਐ ਪੂਰਨ ਪਰਮਾਨੰਦ। ਕਹਿੰਦੇ ਜਿਹੜੀ ਮੌਤ ਤੋਂ ਜਗ ਡਰਦਾ ਪਰ ਮੇਰੇ ਮਨ ਨੂੰ ਆਨੰਦ ਦਿੰਦੀ ਹੈ, ਕਿਉਂਕਿ ਜਦੋਂ ਅੰਦਰੋਂ ਤ੍ਰਿਸ਼ਨਾ ਮਰ ਜਾਂਦੀ ਹੈ, ਅੰਦਰੋਂ ਆਪਾ ਮਰ ਜਾਂਦਾ ਹੈ, ਹਉਮੈ ਮੈਂ ਮਰ ਜਾਂਦੀ ਹੈ, ਤਾਂ ਉਦੋਂ ਫਿਰ ਇੱਕ ਤੂੰ ਹੀ ਸਾਹਮਣੇ ਦਿਖਦਾ ਹੈ ਕਿ ਮਾਲਕ ਜੋ ਕੁਝ ਹੈ ਤੂੰ ਹੀ ਹੈ। ਉਦੋਂ ਜਦੋਂ ਆਪਣਾ ਅੰਦਰੋਂ ਹਉਮੈ ਮਰ ਗਈ, ਪਾਤਸ਼ਾਹ ਭਗਤ ਕਬੀਰ ਜੀ ਕਹਿੰਦੇ ਹਨ, ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਕਹਿੰਦੇ ਹਨ ਕਿ ਮਰਨੇ ਹੀ ਤੇ ਪਾਈਐ। ਸਰੀਰ ਮਰਨ ਤੋਂ ਬਾਅਦ ਨਹੀਂ, ਪਾਤਸ਼ਾਹ ਕਹਿੰਦੇ ਤੂੰ ਜਿਉਂਦੇ ਹੀ ਆਪਣੇ ਆਪ ਨੂੰ ਮਾਰ ਦੇ, ਆਪਣੇ ਅੰਦਰ ਹਉਮੈ ਨੂੰ ਮਾਰ ਦੇ, ਤਾਂ ਤੈਨੂੰ ਜਾ ਕੇ ਉਹ ਪਰਮਾਨੰਦ ਦੇ ਨਾਲ ਤੇਰਾ ਮਿਲਾਪ ਹੋਵੇਗਾ। ਮਰਨ ਤੋਂ ਬਾਅਦ ਤਾਂ ਕਿਸੇ ਨੇ ਨਹੀਂ ਦੇਖਿਆ ਕਿ ਕੌਣ ਕਿੱਥੇ ਗਿਆ, ਕਿੱਥੋਂ ਆਇਆ ਸੀ, ਅੱਗੇ ਇਹਦੇ ਨਾਲ ਕੀ ਹੋਵੇਗਾ। ਇਹ ਤਾਂ ਸਾਡੀਆਂ ਜਾਂ ਮਨ ਘਾੜਤ ਕਹਿ ਲਈਏ, ਜਾਂ ਸੁਣ ਤੋਂ ਸੁਣਤੀ ਕਹਿ ਲਈਏ। ਕੋਈ ਕਹਿੰਦਾ ਕੋਈ ਸਵਰਗ ਵਿੱਚ ਚਲਾ ਗਿਆ, ਕੋਈ ਕਹਿੰਦਾ ਨਰਕਾਂ ਵਿੱਚ ਗਿਆ ਹੋਵੇਗਾ, ਕੋਈ ਕਹਿੰਦਾ ਉੱਥੇ ਆਹ ਕੁਛ ਹੈ, ਕੋਈ ਉਹ ਕੁਛ ਹੈ, ਕੋਈ ਸਵਰਗਾਂ 'ਚ, ਕੋਈ ਸੱਚਖੰਡ, ਜੋ ਵੀ ਹੈ, ਪਰ ਹੈ ਇਹ ਜਿਉਂਦੇ ਜੀ। ਆਪਣੇ ਆਪ ਨੂੰ ਜਿਉਂਦੇ ਜੀ ਮਾਰਨਾ ਪਰਮਾਨੰਦ ਨੂੰ ਪਾਉਣਾ ਹੈ। ਸਤਿਗੁਰੂ ਪਾਤਸ਼ਾਹ ਇਸੇ ਤਰ੍ਹਾਂ ਸਾਨੂੰ ਸਮਝਾਉਂਦਾ ਕਰਦੇ ਹਨ ਕਿ ਭਾਈ ਜੇ ਤੂੰ ਖੁਸ਼ੀ ਚਾਹੁੰਦਾ ਹੈ, ਆਨੰਦ ਚਾਹੁੰਦਾ ਹੈ, ਚੇਤ ਗੋਬਿੰਦ ਅਰਾਧੀਐ, ਉਸ ਪਰਮਾਤਮਾ ਨੂੰ ਅਰਾਧਨਾ ਕਰ। ਸੰਤ ਜਨਾ ਮਿਲ ਪਾਈਐ ਰਸਨਾ ਨਾਮ ਭਣਾ, ਮਹਾਂਪੁਰਸ਼ਾਂ ਦੀ ਕਮਾਈ ਕੀਤੀ ਵਾਲਿਆਂ ਦੀ ਸੰਗਤ ਕਰ, ਜਿਹੜੇ ਆਪ ਜੁੜੇ ਹਨ ਤੈਨੂੰ ਜੋੜ ਦੇਣ। ਜਿਹੜਾ ਜੀਵਨ ਕਮਾਉਂਦਾ ਹੈ ਉਸ ਦੇ ਕੋਲ ਬੈਠਣਾ, ਉਹਦੀ ਸੰਗਤ ਕਰਨੀ, ਉਹਦੇ ਕੋਲੋਂ ਜੁਗਤੀ ਸਿੱਖਣੀ ਕਿ ਇਹ ਕਿਵੇਂ ਜੁੜਿਆ ਹੈ ਤੇ ਮੈਂ ਕਿਵੇਂ ਜੁੜਨਾ ਹੈ। ਉਸ ਦੇ ਸਰੀਰ ਵਿੱਚੋਂ ਉੱਠੀਆਂ ਹੋਈਆਂ ਨਾਮ ਦੀਆਂ ਤਰੰਗਾਂ ਵੀ ਤੈਨੂੰ ਕੋਈ ਜੁਗਤੀ ਦੱਸਣਗੀਆਂ, ਤੈਨੂੰ ਕੋਈ ਸਿੱਖਿਆ ਦੇਣਗੀਆਂ, ਉਹਦੇ ਬਚਨ ਵੀ ਤੈਨੂੰ ਕੋਈ ਸਿੱਖਿਆ ਦੇਣਗੇ, ਕਿਉਂਕਿ ਜਿਹੜਾ ਆਪ ਜੁੜਿਆ ਉਹ ਸਦਾ ਭਲੇ ਦੀ ਗੱਲ ਕਰੇਗਾ, ਪਰਮਾਤਮਾ ਨਾਲ ਜੁੜਨ ਦੀ ਗੱਲ ਕਰੇਗਾ, ਪਰਮਾਤਮਾ ਦੀ ਵਡਿਆਈ ਕਰੇਗਾ ਕਿ ਭਾਈ ਤੂੰ ਉਹਦੇ ਤੋਂ ਸਿੱਖਿਆ ਲੈਣੀ ਹੈ। ਇਹ ਆਪਣਾ ਜੀਵਨ ਕਿਵੇਂ ਜਿਉਂਦਾ ਹੈ ਤੇ ਅਸੀਂ ਕਿਵੇਂ ਜਿਉਣਾ ਹੈ। ਜੇ ਆਨੰਦ ਲੈਣਾ ਹੈ ਤਾਂ ਉਹਦੇ ਵਾਂਗੂ ਜਿਉਣਾ ਪਵੇਗਾ ਜਿਹੜਾ ਆਪ ਜੁੜਿਆ ਹੈ। ਜਦੋਂ ਅਸੀਂ ਉਹਦਾ ਨਾਮ ਜਪਾਂਗੇ ਪਰਮੇਸ਼ਵਰ ਦਾ, ਤਾਂ ਸਾਡੇ ਅੰਦਰ ਨੂੰ ਵੀ ਸੁੱਖ ਮਿਲੇਗਾ। ਇੱਕ ਵਾਰੀ ਅਰਜ਼ ਕੀਤੀ ਕਿ ਰੁੱਖ ਦੇ ਪੱਤੇ ਵਿੱਚ ਪਾਣੀ ਹੈ, ਟਾਹਣੀ ਵਿੱਚ ਪਾਣੀ ਹੈ। ਕੀ ਕਦੀ ਕਿਸੇ ਨੇ ਪੱਤੇ ਖੋਲ੍ਹ ਕੇ ਦੇਖਿਆ ਕਿ ਟਾਹਣੀ ਵਿੱਚ ਪਾਣੀ ਕਿੱਥੋਂ ਆਇਆ? ਪਾਣੀ ਪੈਂਦਾ ਇਸ ਵਿੱਚ ਕਿਵੇਂ ਹੈ? ਟਾਹਣੀ ਖੋਲ੍ਹ ਕੇ ਉਸ ਦੇ ਅੰਦਰ ਪਾਣੀ ਪਾਇਆ ਹੈ ਕਿਸ ਨੇ ਤੇ ਕਿਵੇਂ? ਬਸ ਇੱਕੋ ਤਰੀਕਾ ਹੈ ਕਿ ਰੁੱਖ ਦੀਆਂ ਜੜ੍ਹਾਂ ਨੂੰ ਪਾਣੀ ਦੇ ਦੇਵੋ, ਪੂਰੇ ਰੁੱਖ ਦੇ ਪੱਤੇ ਵਿੱਚ ਪਾਣੀ ਪਹੁੰਚ ਜਾਵੇਗਾ। ਇਸੇ ਤਰ੍ਹਾਂ ਹੀ ਜੇ ਰਸਨਾ ਨਾਲ ਉਚਾਰਾਂਗੇ, ਉਸ ਦਾ ਹਿਰਦੇ ਵਿੱਚ ਵਾਸਾ ਹੋਵੇਗਾ, ਹਿਰਦੇ ਤੱਕ ਪਹੁੰਚੇਗਾ। ਇਸੇ ਤਰ੍ਹਾਂ ਹੀ ਸਰੀਰ ਦੇ ਫਿਰ ਰੋਮ ਦੇ ਵਿੱਚ ਪਹੁੰਚ ਜਾਵੇਗਾ ਤੇ ਫਿਰ ਉਦੋਂ ਆਨੰਦ ਹੀ ਆਨੰਦ ਹੈ। ਸਤਿਗੁਰੂ ਕਹਿੰਦੇ ਜਿਨ ਪਾਇਆ ਪ੍ਰਭ ਆਪਣਾ ਆਏ ਤਿਸੇ ਗਨਾ, ਜਿਨ੍ਹਾਂ ਨੇ ਆਪਣੇ ਉਸ ਪਿਆਰੇ ਪ੍ਰਭੂ ਨੂੰ ਪਾਲਿਆ ਹੈ, ਉਸ ਨੂੰ ਪਾਲਿਆ ਹੈ, ਉਸ ਨੂੰ ਸਮਝ ਲਿਆ ਹੈ, ਉਸ ਨੂੰ ਮਹਿਸੂਸ ਕੀਤਾ ਕਿ ਉਹ ਪ੍ਰਮਾਤਮਾ ਸਾਰੀ ਸ੍ਰਿਸ਼ਟੀ ਨੂੰ ਚਲਾ ਰਿਹਾ ਹੈ। ਘਟ ਦੇ ਵਿੱਚ ਵਸ ਰਿਹਾ, ਘਟ ਮੈਂ ਹਰ ਜੂ ਵਸੈ। ਉਹ ਤਾਂ ਸਾਰੇ ਸਰੀਰਾਂ ਵਿੱਚ ਵਸ ਰਿਹਾ, 84 ਲੱਖ ਜੂਨ ਨੂੰ ਚਲਾ ਰਿਹਾ। ਉਹ ਇੱਕ ਉਹਦਾ ਨਿਯਮ ਸਾਰੀ ਸ੍ਰਿਸ਼ਟੀ ਨੂੰ ਚਲਾ ਰਿਹਾ।
ਜਿਨ ਪਾਇਆ ਪ੍ਰਭ ਆਪਣਾ ਆਏ ਤਿਸੇ ਗਣਾ। ਜਿਨ੍ਹਾਂ ਨੇ ਆਪਣੇ ਪਿਆਰੇ ਨੂੰ ਪਾ ਲਿਆ ਉਹਨਾਂ ਨੂੰ ਫਿਰ ਸਮਝ ਆ ਜਾਂਦੀ ਹੈ। ਗਣਾ ਦਾ ਅਰਥ ਹੈ ਆਏ ਤਿਸੇ ਗਣਾ। ਗਣਾ ਦਾ ਅਰਥ ਹੈ ਸਮਝਣਾ। ਉਂਝ ਧਰਤੀ ਉੱਤੇ ਸਾਰੇ ਹੀ ਅਸੀਂ ਆਏ ਹਾਂ, ਪਰ ਆਇਆ ਹੋਇਆ ਉਸ ਦਾ ਸਫਲ ਹੈ ਜਿਸ ਨੂੰ ਪ੍ਰਮਾਤਮਾ ਦੀ ਸਮਝ ਆ ਗਈ। ਜਿਨ੍ਹਾਂ ਨੇ ਪ੍ਰਮਾਤਮਾ ਨੂੰ ਸਮਝ ਲਿਆ, ਉਹਦੇ ਚਰਨਾਂ ਵਿੱਚ ਜੁੜ ਗਏ, ਉਹਨੂੰ ਹਿਰਦੇ ਵਿੱਚ ਵਸਾ ਲਿਆ। ਜਿਵੇਂ ਆਪਾਂ ਪਹਿਲਾਂ ਵੀ ਵਿਚਾਰ ਕੀਤੀ ਕਿ ਨਹੀਂ ਤਾਂ ਫਿਰ ਜਿਵੇਂ ਇੱਕ ਪਸ਼ੂ ਪੇਟ ਭਰ ਕੇ ਸੌਂ ਜਾਂਦਾ ਹੈ, ਤੇ ਸਤਿਗੁਰੂ ਕਹਿੰਦੇ ਬਿਨਾਂ ਸਮਝ ਤੋਂ ਤਾਂ ਫਿਰ ਮਨੁੱਖ ਦਾ ਜਨਮ ਇਸ ਤਰ੍ਹਾਂ ਹੈ, ਆਵਨ ਆਏ ਸ੍ਰੇਸ਼ਟਵੇਂ ਬਿਨ ਬੂਝੇ ਪਸ ਢੋਰ। ਉਹ ਫਿਰ ਬਿਨਾਂ ਸਮਝ ਤੋਂ, ਬਿਨਾਂ ਬੂਝ ਸੂਝ ਤੋਂ ਫਿਰ ਇੱਕ ਮਰੇ ਹੋਏ ਪਸ਼ੂ ਦੇ ਸਮਾਨ ਹੈ, ਜਿਹਨੇ ਆਪਣੇ ਅੰਦਰ ਨੂੰ ਮਾਰਿਆ ਹੋਇਆ ਹੈ, ਸਮਝਿਆ ਨਹੀਂ ਪਰਮਾਤਮਾ ਨੂੰ। ਸਤਿਗੁਰੂ ਕਹਿੰਦੇ ਇੱਕ ਖਿਣ ਤਿਸ ਬਿਨ ਜੀਵਨਾ ਬਿਰਥਾ ਜਨਮ ਜਨਾ। ਕਹਿੰਦੇ ਹਨ ਇੱਕ ਖਿਣ ਤੇਰੇ ਚਰਨਾਂ ਤੋਂ ਵਿਛੜ ਜਾਵਾਂ ਤਾਂ ਇੰਝ ਲੱਗਦਾ ਹੈ ਜਿਵੇਂ ਸਾਰਾ ਜਨਮ ਹੀ ਮੇਰਾ ਵਿਅਰਥ ਜਾ ਰਿਹਾ ਹੈ, ਬੇਕਾਰ ਹੋ ਰਿਹਾ ਹੈ, ਬੇਅਰਥ ਹੈ। ਸੰਤ ਉਹ ਹੈ ਜਿਹੜਾ ਆਪ ਜੁੜ ਗਿਆ, ਤੇ ਪਾਤਸ਼ਾਹ ਕਹਿੰਦੇ ਤੂੰ ਜੁੜਿਆ ਹੋਇਆਂ ਦੀ ਸੰਗਤ ਕਰੀਂ ਤੇ ਤੈਨੂੰ ਵੀ ਉਹ ਪ੍ਰਮਾਤਮਾ ਨਾਲ ਜੋੜ ਦੇਵੇਗਾ। ਫਿਰ ਉਹ ਵਾਹਿਗੁਰੂ ਕਿੱਥੇ ਹੈ, ਕਿੱਥੇ ਕਿੱਥੇ ਰਮਿਆ ਹੈ, ਉਹਦੇ ਕੀ ਨਿਯਮ ਹਨ, ਉਹ ਸ੍ਰਿਸ਼ਟੀ ਨੂੰ ਚਲਾਉਂਦਾ ਕਿਵੇਂ ਹੈ, ਇਸ ਸਰੀਰ ਵਿੱਚ ਬੋਲਦਾ ਕਿਵੇਂ ਹੈ, ਇਸ ਸਰੀਰ ਨੂੰ ਚਲਾ ਕਿਵੇਂ ਰਿਹਾ ਹੈ। ਫਿਰ ਇਹਦੀ ਜਦੋਂ ਇਨਸਾਨ ਖੋਜ ਕਰਨ ਲੱਗ ਪੈਂਦਾ ਹੈ, ਸੰਗਤ ਵਿੱਚੋਂ, ਸਤਿਗੁਰੂ ਦੀ ਬਾਣੀ ਵਿੱਚੋਂ ਜਦੋਂ ਗਿਆਨ ਦੀ ਪ੍ਰਾਪਤੀ ਹੋ ਜਾਵੇ, ਗਿਆਨ ਨੂੰ ਸਮਝਣ ਦੀ ਕੋਸ਼ਿਸ਼ ਕਰ ਲਵੇ, ਫਿਰ ਆਪਣਾ ਆਪ ਹੌਲੀ ਹੌਲੀ ਫਿਰ ਖਤਮ ਹੋਣ ਲੱਗ ਪੈਂਦਾ। ਕਿਉਂ ਕਿ ਸਮਝ ਆ ਜਾਂਦੀ ਹੈ ਕਿ ਸਰੀਰ ਚੱਲਦਾ ਕਿਵੇਂ ਹੈ, ਸਵਾਸ ਅੰਦਰ ਆਉਂਦਾ ਕਿਵੇਂ ਹੈ, ਸਵਾਸ ਬਾਹਰ ਜਾਂਦਾ ਕਿਵੇਂ ਹੈ, ਸਵਾਸ ਕਰਕੇ ਹੀ ਸਰੀਰ ਚੱਲਦਾ ਹੈ। ਇੱਕ ਜੋ ਸਵਾਸ ਪਾਉਣ ਸਵਾਸ ਹੈ, ਅਸੀਂ ਇਸ ਨੂੰ ਵੀ ਪ੍ਰਮਾਤਮਾ ਦਾ ਦਰਜਾ ਦੇ ਸਕਦੇ, ਕਿਉਂ ਕਿ ਸਵਾਸ ਕਰਕੇ ਹੀ ਸਰੀਰ ਚੱਲਦਾ ਹੈ। ਸਤਿਗੁਰੂ ਕਹਿੰਦੇ ਭਾਈ ਜੇਕਰ ਸਮਝ ਆ ਗਈ ਤਾਂ ਤੂੰ ਇਨਸਾਨ ਹੈ, ਨਹੀਂ ਤਾਂ ਫਿਰ ਮਰੇ ਹੋਏ ਪਸ਼ੂ ਦੇ ਬਰਾਬਰ ਹੈ। ਇਸੇ ਤਰ੍ਹਾਂ ਕਹਿੰਦੇ ਕਿ ਇੱਕ ਖਿਣ ਤਿਸ ਬਿਨ ਜੀਵਨਾ ਬਿਰਥਾ ਜਨਮ ਜਨਾ। ਕਹਿੰਦੇ ਇੱਕ ਪਲ ਵੀ ਤੇਰੇ ਤੋਂ ਵਿਛੜ ਜਾਵਾਂ, ਇੱਕ ਖਿਣ ਵੀ ਤੇਰੀ ਯਾਦ ਭੁੱਲ ਜਾਵੇ ਤਾਂ ਇਹ ਮੈਨੂੰ ਐਂ ਲੱਗਦਾ ਹੈ ਜੇ ਕਿ ਜਿਵੇਂ ਸਾਰਾ ਮੇਰਾ ਜੀਵਨ ਵਿਅਰਥ ਜਾ ਰਿਹਾ ਹੈ। ਜਲ ਥਲ ਮਹੀਲ ਪੂਰਿਆ ਰਵਿਆ ਵਿੱਚ ਮਨਾ। ਰਵਿਆ ਵਿੱਚ ਬਣਾ। ਪਾਤਸ਼ਾਹ ਕਹਿੰਦੇ ਪਾਣੀ ਵਿੱਚ, ਪੁਲਾੜ ਵਿੱਚ, ਧਰਤੀ ਵਿੱਚ, ਜੰਗਲਾਂ ਦੇ ਵਿੱਚ, ਰੁੱਖ ਰੁੱਖ ਅਤੇ ਪੱਤੇ ਪੱਤੇ ਵਿੱਚ ਉਹ ਮੇਰਾ ਸੁਆਮੀ, ਉਹ ਮੇਰਾ ਮਾਲਕ ਵਾਹਿਗੁਰੂ ਉਸ ਦਾ ਵਾਸਾ ਹੈ। ਉਹ ਸਭ ਨੂੰ ਚਲਾ ਰਿਹਾ ਹੈ। ਰੁੱਖ ਨੂੰ ਜੜ ਤੋਂ ਪੱਤਿਆਂ ਤੱਕ ਪਾਣੀ ਕਿਵੇਂ ਪਹੁੰਚਾਉਣਾ ਉਹਦਾ ਨਿਯਮ ਹੈ। ਪੱਤਿਆਂ ਨੂੰ ਹਰੇ ਕਿਵੇਂ ਕਰਨਾ ਉਹਦਾ ਨਿਯਮ ਹੈ। ਉਸ ਵਿੱਚ ਫਲ ਲੱਗੇ, ਫਲ ਰੁੱਖ ਭਾਵੇਂ ਕੌੜਾ ਹੋਵੇ ਪਰ ਕਈ ਵਾਰੀ ਉਹਦੇ 'ਤੇ ਫਲ ਮਿੱਠਾ ਲੱਗਦਾ ਹੈ। ਰੁੱਖ ਦੀ ਟਾਹਣੀ ਨੂੰ ਤੋੜ ਕੇ ਮੂੰਹ ਵਿੱਚ ਪਾਓ ਤੇ ਕੌੜੀ ਹੋਵੇਗੀ, ਪਰ ਜੇਕਰ ਉਹਦੇ ਉੱਤੇ ਕਈ ਵਾਰੀ ਐਸਾ ਫਲ ਲੱਗਦਾ ਹੈ ਉਹ ਮਿਠਾਸ ਹੁੰਦੀ ਹੈ। ਇਹ ਵੀ ਪ੍ਰਮਾਤਮਾ ਦਾ ਇੱਕ ਨਿਯਮ ਹੈ। ਕੌੜੇ ਫਲ ਦੇ ਉੱਤੇ ਮਿੱਠਾ, ਕੌੜੇ ਰੁੱਖ ਦੇ ਉੱਤੇ ਮਿੱਠਾ ਫਲ ਲਾ ਦੇਣਾ ਉਹਦਾ ਨਿਯਮ ਹੈ। ਉਹ ਇਸ ਤਰ੍ਹਾਂ ਕਰਕੇ ਸ੍ਰਿਸ਼ਟੀ ਨੂੰ ਭਾਈ ਚਲਾ ਰਿਹਾ। ਜੇਕਰ ਤੇਰੇ ਅੰਦਰ ਕੁੜੱਤਣ ਹੈ, ਹਉਮੈ ਦੀ, ਲੋਭ ਦੀ, ਕਾਮ ਦੀ, ਤਾਂ ਸਤਿਗੁਰੂ ਪਾਤਸ਼ਾਹ ਕਹਿੰਦੇ ਕਿ ਤੂੰ ਜੇਕਰ ਉਹਦਾ ਨਾਮ ਸਮਝ ਲਵੇਂ, ਉਹਦੇ ਨਿਯਮ ਨੂੰ ਸਮਝ ਲਵੇਂ ਤਾਂ ਤੇਰੇ ਵਿੱਚ ਵੀ ਮਿਠਾਸ ਭਰ ਸਕਦਾ ਹੈ, ਤੇਰੇ ਵਿੱਚ ਵੀ ਗਿਆਨ ਭਰ ਸਕਦਾ ਹੈ ਜੇ ਸਮਝਣ ਦੀ ਕੋਸ਼ਿਸ਼ ਕਰੇ ਤਾਂ। ਜਲ ਥਲ ਮਹੀਲ ਪੂਰਿਆ ਰਵਿਆ ਵਿੱਚ ਵਨਾ। ਉਹ ਮੇਰਾ ਪਰਮੇਸ਼ਵਰ ਸਭ ਥਾਂ 'ਤੇ ਰਮਿਆ ਹੋਇਆ ਹੈ, ਸਭ ਨੂੰ ਚਲਾ ਰਿਹਾ ਹੈ। ਸੋ ਪ੍ਰਭ ਚਿਤ ਨਾ ਆਵੇ ਕਿਤੜਾ ਦੁੱਖ ਗਣਾ। ਜਿਹੜਾ ਸਰਬ ਵਾਹਿਗੁਰੂ ਚੇਤੇ ਨਾ ਆਵੇ, ਉਹ ਪਰਮੇਸ਼ਵਰ ਜਿਸ ਨੂੰ ਚੇਤੇ ਨਾ ਆਵੇ, ਇੰਨਾ ਕੁ ਦੁੱਖ ਹੁੰਦਾ ਹੈ ਕਿ ਉਸ ਦੁੱਖ ਨੂੰ ਕੋਈ ਬਿਆਨ ਨਹੀਂ ਕਰ ਸਕਦਾ। ਜਿਨੀ ਰਾਵਿਆ ਸੋ ਪ੍ਰਭੂ ਤਿਨਾ ਭਾਗ ਮਨਾ। ਕਹਿੰਦੇ ਜਿਨ੍ਹਾਂ ਨੇ ਉਸ ਪਰਮੇਸ਼ਵਰ ਨੂੰ, ਉਸ ਵਾਹਿਗੁਰੂ ਨੂੰ, ਅਕਾਲ ਪੁਰਖ ਨੂੰ, ਅੰਤਰਜਾਮੀ ਜੋ ਅਕਾਲ ਪੁਰਖ, ਅਕਾਲ ਪੁਰਖ ਕਾਲ ਤੋਂ ਰਹਿਤ ਹੈ, ਜਿਹੜਾ ਨਾ ਜੰਮਦਾ ਹੈ ਨਾ ਮਰਦਾ ਹੈ, ਉਹ ਇੱਕ ਉਹਦਾ ਨਿਯਮ ਚੱਲ ਰਿਹਾ ਹੈ, ਉਹਦਾ ਨਾਮ ਚੱਲ ਰਿਹਾ ਹੈ। ਪਾਤਸ਼ਾਹ ਕਹਿੰਦੇ ਜਿਨੀ ਰਾਵਿਆ ਸੋ ਪ੍ਰਭੂ ਤਿਨਾ ਭਾਗ ਮਨਾ। ਜਿਨ੍ਹਾਂ ਨੇ ਇਸ ਮਨੁੱਖਾ ਦੇਹੀ ਵਿੱਚ ਉਸ ਪ੍ਰਭੂ ਨੂੰ ਪਾ ਲਿਆ, ਉਸ ਨੂੰ ਸਮਝ ਲਿਆ, ਉਹਦੇ ਨਿਯਮ ਨੂੰ ਸਮਝ ਲਿਆ, ਉਹਦੇ ਨਾਲ ਜੁੜ ਗਏ। ਸਤਿਗੁਰੂ ਕਹਿੰਦੇ ਉਹ ਬਹੁਤ ਚੰਗੇ ਭਾਗਾਂ ਵਾਲੇ ਹਨ। ਉਹ ਆਪਣਾ ਮਨੁੱਖਾ ਜਨਮ ਇਹ ਸਫਲਾ ਕਰਕੇ ਜਾਂਦੇ ਹਨ। ਹਰ ਦਰਸ਼ਨ ਕੋ ਮਨ ਲੋਚਦਾ, ਨਾਨਕ ਪਿਆਸ ਮਨਾ। ਕਿ ਹੇ ਵਾਹਿਗੁਰੂ ਪਰਮੇਸ਼ਵਰ ਜੀ, ਤੇਰੇ ਦਰਸ਼ਨਾਂ ਨੂੰ ਮੇਰਾ ਹੁਣ ਮਨ ਤੜਫਦਾ ਪਿਆ ਹੈ, ਮਿਲਣ ਦੀ ਇਸ ਨੂੰ ਤਾਂਘ ਹੈ।
ਨਾਨਕ ਪਿਆਸ ਮਨਾ। ਮੇਰੇ ਹਿਰਦੇ ਵਿੱਚ ਇਹੀ ਪਿਆਸ ਹੈ ਕਿ ਕੋਈ ਅਜਿਹਾ ਮਿਲ ਜਾਵੇ ਜਿਹੜਾ ਮੈਨੂੰ ਮੇਰੇ ਮਾਲਕ ਨਾਲ ਜੋੜ ਦੇਵੇ, ਮੇਰੇ ਸਾਈਂ ਨਾਲ ਜੋੜ ਦੇਵੇ। ਚੇਤ ਮਲਾਏ ਸੋ ਪ੍ਰਭੂ ਤਿਸ ਕੇ ਪਾਏ ਲੱਗਾ। ਮੈਂ ਉਹਦੇ ਚਰਨਾਂ ਨੂੰ ਫੜ ਲਵਾਂ, ਉਹਦੇ ਚਰਨਾਂ ਦੀ ਧੂੜੀ ਬਣ ਜਾਵਾਂ, ਜਿਹੜਾ ਚੇਤ ਦੇ ਮਹੀਨੇ ਵਿੱਚ ਮੈਨੂੰ ਵਾਹਿਗੁਰੂ ਦੇ ਨਾਲ ਮਿਲਾ ਦੇਵੇ, ਮੈਨੂੰ ਉਹਦਾ ਨਿਯਮ ਸਮਝਾ ਦੇਵੇ, ਮੈਨੂੰ ਉਹਦਾ ਗਿਆਨ ਸਮਝ ਆ ਜਾਵੇ, ਜਿਹੜਾ ਮੈਨੂੰ ਮਾਲਕ ਦੇ ਨਾਲ ਜੋੜ ਦੇਵੇ। ਜੋ ਕਿ ਅਸੀਂ ਕਰਮਾਂ ਕਰਕੇ ਵਿਛੜੇ ਹਾਂ, ਸਤਿਗੁਰੂ ਪਾਤਸ਼ਾਹ ਕਹਿੰਦੇ ਭਾਈ ਉਹਨੂੰ ਆਰਾਧਨਾ ਕਰਕੇ ਹੀ ਮਿਲਿਆ ਜਾ ਸਕਦਾ ਹੈ ਜਿਹਦੇ ਤੋਂ ਵਿਛੜੇ ਹਾਂ। ਸੋ ਇਹ ਸੀ ਜੋ ਸਤਿਗੁਰਾਂ ਦੇ ਪਾਵਨ ਬਚਨ ਜੋ ਚੇਤ ਦੇ ਮਹੀਨੇ ਵਿੱਚ ਸਾਨੂੰ ਸਮਝਾਉਣਾ ਕੀਤੇ। ਸਤਿਗੁਰੂ ਕਿਰਪਾ ਕਰਕੇ ਸਾਨੂੰ ਸੋਝੀ ਬਖਸ਼ਣ, ਆਪਣੇ ਨਾਮ ਦੀ ਦਾਤ ਬਖਸ਼ਣ। ਸੋ ਵਿਚਾਰਾਂ ਕਰਦਿਆਂ ਹੋਈਆਂ ਬੇਅੰਤ ਭੁੱਲਾਂ ਗਲਤੀਆਂ ਨੂੰ ਸਤਿਗੁਰੂ ਤੇ ਸਤਿਗੁਰੂ ਕੀ ਸੰਗਤ ਬਖਸ਼ਣ ਯੋਗ ਹੁੰਦੀ ਬਖਸ਼ ਲੈਣਾ। ਅੱਗੇ ਵਾਸਤੇ ਸਤਿਗੁਰੂ ਸਮੱਤ ਬਖਸ਼ਣ। ਸਾਰੀ ਸੰਗਤ ਨੂੰ ਜੀਓ ਆਇਆਂ ਬਹੁਤ ਬਹੁਤ ਧੰਨਵਾਦ। ਸੋ ਫਤਿਹ ਪ੍ਰਵਾਨ ਕਰੋ ਜੀ। ਵਾਹਿਗੁਰੂ ਜੀ ਕਾ ਖਾਲਸਾ।